ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਲਈ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਟਾਰ ਟਾਕ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜੇ ਚਲੰਤ ਮਸਲੇ ਹੁੰਦੇ ਨੇ, ਜਿਹੜੇ ਇਸ਼ੂ ਭਖਵੇਂ ਮੁੱਦੇ ਹੁੰਦੇ ਨੇ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਪਿਛਲੇ ਕੁਝ ਸਮੇਂ ਤੋਂ ਇੱਕ ਜਿਹੜਾ ਮੁੱਦਾ ਕਾਫੀ ਚਰਚਾ ਵਿੱਚ ਰਿਹਾ, ਭਾਵੇਂ ਕਿ ਆਪਣੇ ਭਾਈਚਾਰੇ ਦੇ ਵਿੱਚ ਇੰਨੀ ਗੱਲਬਾਤ ਨਹੀਂ ਹੋਈ, ਪਰ ਕੈਨੇਡਾ ਪੱਧਰ ਤੇ ਉਹਦੇ ਬਾਰੇ ਕਾਫੀ ਗੱਲਬਾਤ, ਕਾਫੀ ਚਰਚਾ ਚੱਲ ਰਹੀ ਹੈ। ਉਹ ਹੈ ਕੈਨੇਡੀਅਨ ਫੋਰਸਿਸ ਦੇ ਵਿੱਚ ਸੈਕਚੁਅਲ ਮਿਸਕੰਡਕਟ ਦੀ, ਜਿਹਦੇ ਵਿੱਚ ਕਿ ਹੁਣ ਦੇ ਆਪਣੇ ਮੌਜੂਦਾ ਵਿਦੇਸ਼ ਮੰਤਰੀ ਨੇ ਜਿਹੜੇ, ਉਹਨਾਂ ਦਾ ਵੀ ਨਾਂ ਆ ਰਿਹਾ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇੱਕ ਦੂਸਰਾ ਮਸਲਾ ਜਿਹੜਾ ਪੀਲ ਖੇਤਰ ਦੇ ਨਾਲ ਸੰਬੰਧਿਤ ਹੈ, ਉਹ ਹੈ ਜੀ ਜਿਹੜੇ ਬਰੈਂਪਟਨ ਦੇ ਵਿੱਚ ਕੈਨਾਬਿਸ ਸਟੋਰ ਖੁੱਲ੍ਹ ਰਹੇ ਨੇ ਲਗਾਤਾਰ, ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਉਹਦੇ ਬਾਰੇ ਚਰਚਾ ਕਰਾਂਗੇ। ਸੋ ਇਸ ਚਰਚਾ ਵਿੱਚ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਮਹਿਮਾਨ ਸ਼ਮਸ਼ੇਰ ਗਿੱਲ ਜੀ। ਸ਼ਮਸ਼ੇਰ ਜੀ, ਤੁਹਾਡਾ ਸਵਾਗਤ ਹੈ ਜੀ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਬੁਲਾਉਣ ਲਈ, ਔਰ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ ਸ਼ਮਸ਼ੇਰ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ, ਕਿਉਂਕਿ ਇਹ ਨੈਸ਼ਨਲ ਪੱਧਰ ਤੇ ਸੁਰਖੀਆਂ ਬਣਿਆ ਹੋਇਆ ਇਹ ਮਸਲਾ ਜਿਹੜਾ ਕੈਨੇਡੀਅਨ ਫੋਰਸਿਸ ਦੇ ਵਿੱਚ ਸੈਕਸ਼ੂਅਲ ਮਿਸਕੰਡਕਟ ਦਾ। ਪਹਿਲਾਂ ਤਾਂ ਥੋੜ੍ਹਾ ਜਿਹਾ ਸੰਖੇਪ 'ਚ ਦੱਸੋ ਵੀ ਮਸਲਾ ਹੈ ਕੀ ਹੈ, ਕਦੋਂ ਇਹ ਜਿਹੜਾ ਇਹ ਭਖਣਾ ਸ਼ੁਰੂ ਹੋਇਆ ਤੇ ਹੁਣ ਪੂਰਾ ਜਿਹੜਾ ਇਹ ਭਖਿਆ ਹੋਇਆ ਮਸਲਾ। ਦੇਖੋ ਜੀ, ਸ਼ੁਰੂ ਕਦੋਂ ਹੋਇਆ ਤਾਂ ਦੇਖੋ ਇਨਸਾਨੀ ਫਿਤਰਤ, ਮੇਰੇ ਖਿਆਲ ਜਿਹੜਾ ਵੀ ਕੋਈ ਵੀ ਕਿਤੇ ਵੀ ਦੁਨੀਆ 'ਚ ਪਾਵਰਫੁਲ ਹੈ, ਉਹ ਜਿਹੜਾ ਆਪ ਤੋਂ ਨੀਵੇਂ ਨੂੰ ਜਾਂ ਆਪ ਤੋਂ ਕਮਜ਼ੋਰ ਦਾ ਫਾਇਦਾ ਉਠਾਉਂਦਾ। ਔਰ ਜਦੋਂ ਕੋਈ ਗੱਲ ਬਾਹਰ ਆ ਜਾਂਦੀ ਹੈ, ਉਦੋਂ ਫਿਰ ਉਹ ਮਸਲਾ ਬਣ ਜਾਂਦਾ। ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਅਜਿਹੇ ਮਸਲੇ ਆ ਜਿਹੜੇ ਧੁਖਦੇ ਰਹਿੰਦੇ ਨੇ, ਅੰਦਰ ਹੀ ਉਹ ਖਤਮ ਵੀ ਹੋ ਜਾਂਦੇ ਨੇ। ਜਿਨ੍ਹਾਂ ਨਾਲ ਵਾਪਰਦੀ ਆ ਉਹ ਖਤਮ ਹੋ ਜਾਂਦੇ ਨੇ, ਉਹ ਬੋਲਦੇ ਨਹੀਂ। ਸੋ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਆ ਕੇ, ਕਿਉਂਕਿ ਉਹਨਾਂ ਦਾ ਸ਼ਾਇਦ ਮੰਨਣਾ ਹੁੰਦਾ ਕਿ ਜੋ ਸਾਡੇ ਨਾਲ ਹੋਇਆ ਤੇ ਜੇ ਅਸੀਂ ਬੋਲਾਂਗੇ, ਆਵਾਜ਼ ਉਠਾਵਾਂਗੇ, ਤਾਂ ਸਾਡੇ ਤੋਂ ਜਿਹੜੇ ਅੱਗੇ ਆਉਣ ਵਾਲੇ ਨੇ ਉਹਨਾਂ ਨੂੰ ਸ਼ਾਇਦ ਥੋੜ੍ਹਾ ਉਹਨਾਂ ਦੀ ਬਚਤ ਹੋ ਜਾਏ ਜਾਂ ਉਹ ਸੁਰੱਖਿਅਤ ਮਹਿਸੂਸ ਕਰਨ ਲੱਗ ਜਾਣ। ਸੋ ਜਿੱਥੋਂ ਤੱਕ ਇਸ ਮਸਲੇ ਦੀ ਸ਼ੁਰੂ ਹੋਣ ਦੀ ਗੱਲ ਹੈ ਜੀ, ਇਹ ਮੇਰਾ ਕਹਿੰਦਾ ਕੈਨੇਡਾ ਵਰਗੇ ਮੁਲਕ ਦੇ ਵਿੱਚ, ਜਿੱਥੇ ਫੋਰਸਸ ਦਾ ਬਹੁਤ ਰਿਗਾਰਡ ਆਮ ਲੋਕਾਂ ਦੇ ਵਿੱਚ, ਕਿਤੇ ਵੀ ਹੋਵੇ ਦੁਨੀਆ ਦੇ ਵਿੱਚ, ਦੋ ਘੱਟੋ ਘੱਟ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਮਿਲਟਰੀ ਫੋਰਸਸ ਤੇ ਦੂਸਰੀ ਜਿਹੜੀ ਕੋਰਟ ਹੈ, ਅਦਾਲਤਾਂ ਨੇ, ਉਹਨਾਂ ਦੇ ਵਿੱਚ ਆਮ ਲੋਕਾਂ ਦਾ ਯਕੀਨ ਬਣਿਆ ਰਹਿੰਦਾ ਕਿ ਜੀ ਇਹ ਸਾਡੇ ਲਈ ਹਮੇਸ਼ਾ ਹੀ ਰੱਖਿਆ ਦਾ ਕਾਰਨ ਬਣਦੇ ਨੇ, ਇਨਸਾਫ ਮਿਲਦਾ। ਔਰ 2019 ਮਈ 2019 ਦੇ ਵਿੱਚ ਕੋਈ ਇੱਕ ਸਰਵੇ ਵੰਡਿਆ ਗਿਆ ਸੀ ਔਰ ਕੈਨੇਡੀਅਨ ਫੋਰਸਸ ਦੇ ਵਿੱਚ, ਔਰ 2622 ਲੋਕਾਂ ਨੇ ਉਹ ਸਰਵੇ ਭਰ ਕੇ ਦਿੱਤਾ ਸੀ। ਠੀਕ ਹੈ ਬਈ, ਤੁਸੀਂ ਜਿਹੜਾ ਮਾਹੌਲ ਹੈ ਅੰਦਰ ਫੋਰਸਸ ਦੇ ਵਿੱਚ, ਕੀ ਉਸ ਦੇ ਵਿੱਚ ਤੁਸੀਂ ਪਸੰਦ ਕਰਦੇ ਹੋ ਜਾਂ ਉੱਥੇ ਦਾ ਐਨਵਾਇਰਨਮੈਂਟ ਅੰਦਰਲਾ ਹੈਗਾ ਉਹ ਤੁਹਾਨੂੰ ਲੱਗਦਾ ਕਿ ਸਹੀ ਨਹੀਂ ਹੈ। ਔਰ 38.5% ਜਿਹੜੇ ਆਫੀਸਰਸ ਨੇ 2622 ਦੇ ਵਿੱਚੋਂ, ਉਹਨਾਂ ਨੇ ਇਸ ਤੇ ਸਵਾਲ ਉਠਾਏ ਸੀ। ਅੱਛਾ ਜੀ, ਕਿ ਜੀ ਇਹ ਅੰਦਰਲਾ ਮਾਹੌਲ ਆ ਜਿਹੜਾ ਉਹ ਵਧੀਆ ਨਹੀਂ ਹੈ। ਔਰ ਉਸ ਦੇ ਵਿੱਚ ਹੋਰ ਸਵਾਲ ਇੱਕ ਸੀਗਾ ਕਿ ਕੀ ਤੁਸੀਂ ਆਪਣੀ ਜਿਹੜੀ ਤੁਹਾਡੀ ਲੀਡਰਸ਼ਿਪ ਆ, ਭਾਵ ਜਨਰਲ ਨੇ ਜਾਂ ਦੋ ਉੱਪਰਲੀਆਂ ਜਿਹੜੇ ਹਾਈ ਰੈਂਕ ਦੇ ਨੇ, ਵੀ ਉਹਨਾਂ 'ਚ ਤੁਹਾਡਾ ਭਰੋਸਾ ਹੈ। ਔਰ 38.5% ਨੇ ਇਹਨਾਂ ਤੇ ਨਾ ਕੀਤੀ ਸੀ। ਔਰ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਨਾ ਬੋਲਣ ਵਾਲਿਆਂ ਦੀ, ਉਹ ਹੈਗੇ ਨੇ ਜੀ 26% ਦੇ ਕਰੀਬ ਆ, 25.7। ਔਰ ਜਦੋਂ ਆਪਾਂ ਕੋਈ ਸਵਾਲ ਪੁੱਛੀਏ, ਕੋਈ ਬੋਲੇ ਨਾ, ਤੇ ਬਹੁਤੀ ਵਾਰ ਤਾਂ ਇਹੀ ਮੰਨਿਆ ਜਾਂਦਾ ਵੀ ਉਹ ਗੜਬੜ ਹੈ, ਉਹ ਬੋਲਣਾ ਚਾਹੁੰਦੇ ਨਹੀਂ। ਔਰ ਸਿਰਫ 36% ਜਿਹੜੇ ਉਹਨਾਂ 2622 ਦੇ ਵਿੱਚੋਂ ਸੀ, ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਾਡੀ ਜਿਹੜੀ ਮਿਲਟਰੀ ਦੀ ਲੀਡਰਸ਼ਿਪ ਹੈ ਉਹਦੇ 'ਚ ਵੀ ਭਰੋਸਾ, ਔਰ ਜਿਹੜਾ ਅੰਦਰ ਐਨਵਾਇਰਨਮੈਂਟ ਹੈ ਉਹ ਵੀ ਸਹੀ ਹੈ। ਸੋ ਇਹ ਅੰਕੜੇ ਇੱਕ ਬਹੁਤ ਵੱਡੀ ਜਿਹੜੀ ਕਹਾਣੀ ਬਿਆਨ ਕਰਦੇ ਨੇ। ਔਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਜੋ ਖਬਰਾਂ ਦੇ ਵਿੱਚ ਕਈ ਮਹੀਨਿਆਂ ਤੋਂ ਚੱਲ ਰਿਹਾ ਕਿ ਕਿਵੇਂ ਇੱਕ ਰਿਟਾਇਰਡ ਤੇ ਇੱਕ ਹੁਣ ਮਤਲਬ ਉਹ ਪਾਸੇ ਹੋ ਗਏ ਨੇ, ਦੋ ਜਨਰਲ ਨੇ ਜਿਹੜੇ ਮਿਲਟਰੀ ਦੇ, ਕੈਨੇਡੀਅਨ ਮਿਲਟਰੀ ਦੇ, ਉਹ ਜਾਂਚ ਦੇ ਘੇਰੇ ਵਿੱਚ ਨੇ। ਹਾਂਜੀ। ਅੱਛਾ, ਆਪਾਂ ਜੇ ਗੱਲ ਕਰੀਏ, ਕਿਉਂਕਿ ਜਿਹੜਾ ਮਸਲਾ ਇਹ ਜੋਨਾਥਨ ਵੈਂਸ ਨੇ ਜਿਹੜੇ ਉਹਨਾਂ ਤੋਂ ਸ਼ੁਰੂ ਹੋਇਆ ਜੀ, ਤੇ ਜਿਹੜੀ ਉਹਨਾਂ ਦੀ ਇੱਕ ਸਬਆਰਡੀਨੇਟ ਸੀਗੀ ਕੈਲੀ ਬ੍ਰੈਨਨ, ਉਹਨੇ ਇਹ ਸਾਰਾ ਮਸਲਾ ਬਾਹਰ ਲਿਆਂਦਾ। ਹਾਲਾਂਕਿ ਇਹਨਾਂ ਨੇ ਵੀ ਡਿਨਾਈ ਕੀਤਾ, ਵੈਂਸ ਨੇ ਵੀ, ਨਹੀਂ ਜੀ ਇਹ ਸਾਰਾ ਕੁਝ ਗਲਤ ਹੈ, ਇਸ ਤਰ੍ਹਾਂ ਦੀ ਕੋਈ ਨਹੀਂ ਸੀ ਗੱਲਬਾਤ ਹੋਈ। ਤੇ ਉਸ ਤੋਂ ਬਾਅਦ ਜਿਹੜੀ ਸਾਰੇ, ਕਿਉਂਕਿ ਮੀਡੀਆ ਦੇ ਵਿੱਚ ਆਏ, ਫਿਰ ਮੀਡੀਆ ਨੇ, ਕੁਦਰਤੀ ਗੱਲ ਹੈ ਜਦੋਂ ਗੱਲ ਮੀਡੀਆ ਜਾਏ, ਉਸ ਤੋਂ ਬਾਅਦ ਫਿਰ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ। ਜੋਨਾਥਨ ਵੈਂਸ ਜੋ 2015 ਦੇ ਵਿੱਚ ਸ਼ਾਇਦ ਮਿਲਟਰੀ ਦੇ ਚੀਫ ਬਣੇ ਸੀ, ਔਰ ਉਸ ਤੋਂ ਬਾਅਦ 3 ਸਾਲ ਰਹੇ ਨੇ ਉਹ। ਔਰ ਡਿਨਾਈ ਕਰਨ ਵਾਲੀ ਗੱਲ ਆ ਜਿਹੜੀ, ਉਹ ਉਸ ਤੇ ਜੇ ਬਾਅਦ ਦੇ ਵਿੱਚ ਵੀ ਕਰੀਏ, ਕਿਉਂਕਿ ਜਿਹੜਾ ਇੱਕ ਸ਼ੱਕੀ ਦੋਸ਼ੀ ਹੁੰਦਾ ਜਿਸ ਤੇ ਇਨਵੈਸਟੀਗੇਸ਼ਨ ਚੱਲਦੀ ਹੋਵੇ, ਦੋਸ਼ੀ ਆਪਾਂ ਹਾਲੇ ਤਾਂ ਕਹਿ ਨਹੀਂ ਸਕਦੇ। ਪਰ ਜਿਹੜੀਆਂ ਹੋਰ ਇਹਦੇ ਨਾਲ ਸੰਬੰਧਿਤ ਖਬਰਾਂ ਆਈਆਂ ਕਿ ਜੀ ਜਿਹੜੇ ਰੱਖਿਆ ਮੰਤਰੀ ਨੇ
ਹਰਜੀਤ ਸੱਜਣ, ਅੱਜ ਵੀ ਰੱਖਿਆ ਮੰਤਰੀ ਨੇ ਉਹਨਾਂ ਦੇ ਆਫਿਸ ਦੇ ਵਿੱਚ, ਭਾਵ ਉਹਨਾਂ ਦੇ ਆਫਿਸ ਕੀ, ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਇੱਕ ਅੰਬਰਡਸਮੈਨ ਹੁੰਦਾ ਜਿਹੜਾ ਸ਼ਿਕਾਇਤ ਦੇ ਨਿਬੇੜੇ ਕਰਨ ਵਾਲਾ, ਉਹਨਾਂ ਨੇ ਆ ਕੇ ਦੱਸਿਆ ਉਹਨਾਂ ਨੂੰ ਵੀ 2018 ਦੇ ਵਿੱਚ, ਜਿਹਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਵੀ ਉਦੋਂ ਉਹਨਾਂ ਨੇ ਦੱਸਿਆ ਸੀਗਾ, ਔਰ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਨੇ ਉਦੋਂ ਮਤਲਬ ਪੂਰੀ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਗੱਲ ਉਧਰ ਦੀ ਫਿਰ ਇਹ ਵੀ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਵੀ ਇਹ ਜਿਹੜੀ ਕਨਸੋਆਂ ਚਲੀਆਂ ਗਈਆਂ, ਗੱਲ ਪਹੁੰਚ ਗਈ ਸੀਗੀ। ਔਰ ਹੁਣ ਜਿਹੜੀ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਜਿੱਥੇ ਹਰਜੀਤ ਸੱਜਣ ਹੈ, ਉੱਥੇ ਪ੍ਰਧਾਨ ਮੰਤਰੀ ਦੀ ਚੀਫ ਆਫ ਸਟਾਫ ਹੈ ਜਿਹੜੀ ਕੇਟੀ ਟੈਲਫੋਰਡ, ਉਹ ਵੀ ਪਾਰਲੀਮੈਂਟਰੀ ਕਮੇਟੀ ਦੇ ਅੱਗੇ ਪੇਸ਼ ਹੁੰਦੀ ਹੈ ਔਰ ਆਪਣੀ ਸਫਾਈ ਪੇਸ਼ ਕਰਦੀ ਹੈ। ਔਰ ਉਸ ਤੋਂ ਬਾਅਦ ਖਬਰਾਂ ਆਉਂਦੀਆਂ ਨੇ ਕਿ ਉਹ ਸਿੱਧੇ ਸਵਾਲਾਂ ਦੇ ਜਿਹੜੇ ਸਿੱਧੇ ਜਵਾਬ ਨਹੀਂ ਦੇ ਰਹੇ, ਭਾਵੇਂ ਕਿ 3 ਸਾਲ ਪਹਿਲਾਂ ਪਤਾ ਲੱਗ ਜਾਣਾ ਤੇ ਫਿਰ ਵੀ ਉਸ ਜਨਰਲ ਦਾ ਉੱਥੇ ਆਪਣੇ ਅਹੁਦੇ ਤੇ ਬਰਕਰਾਰ ਰਹਿਣਾ, ਤੇ ਫਿਰ ਮੀਡੀਆ ਤੇ ਓਪਨਲੀ ਆ ਕੇ ਇੱਕ ਲੇਡੀ ਆਫੀਸਰ ਦਾ ਸਾਰੀ ਕਹਾਣੀ ਬਿਆਨ ਕਰਨੀ। ਤੇ ਜਿਹੜੀ ਗੱਲ ਚੁਭਣ ਵਾਲੀ ਹੈ ਉਹ ਇਹ ਹੈ ਕਿ ਵੀ ਹਾਲੇ ਵੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੀਆਂ ਰੋਕਾਂ ਜਾਂ ਬਹੁਤ ਸਾਰੇ ਅੜਿੱਕੇ ਲਾਏ ਜਾ ਰਹੇ ਨੇ, ਭਾਵ ਕਿ ਕਿਤੇ ਗੱਲ ਨੇਪਰੇ ਲੱਗਣ ਦੀ ਸੰਭਾਵਨਾ ਲੱਗ ਨਹੀਂ ਰਹੀ। ਤੁਸੀਂ ਜੋਨਾਥਨ ਬੈਂਸ ਉਹਨਾਂ ਦੀ ਗੱਲ ਕੀਤੀ ਹੈ, ਜਨਰਲ ਜੋਨਾਥਨ ਬੈਂਸ ਦੀ। ਉਹ ਕਹਿੰਦੇ ਵੀ ਉਹਨਾਂ ਇੰਨੇ ਆਪਣੇ ਆਪ ਨੂੰ ਪਾਵਰਫੁਲ ਸਮਝਦੇ ਸੀ, ਉਹ ਕਹਿੰਦੇ ਸੀ ਵੀ ਮੈਂ ਅਨਟੱਚੇਬਲ ਆ, ਵੀ ਮੈਨੂੰ ਕੋਈ ਹੱਥ ਹੀ ਨਹੀਂ ਲਾ ਸਕਦਾ। ਉਹ ਸਹੀ ਕਹਿ ਰਹੇ ਸੀ। ਹਾਂਜੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਵੀ ਕਿਉਂਕਿ ਜੋ ਉਹਨਾਂ ਦੇ ਪਿੱਛੇ ਫੋਰਸਿਸ ਸੀਗੀਆਂ ਵੀ ਮੈਨੂੰ ਕੋਈ ਹੱਥ ਪਾ ਨਹੀਂ ਸਕਦਾ। ਜਿਸ ਹੌਲੀ ਰਫ਼ਤਾਰ ਦੇ ਨਾਲ ਅੱਜ ਜਾਂਚ ਚੱਲ ਰਹੀ ਹੈ ਤੇ ਉਹ ਜੋ ਕਹਿ ਰਿਹਾ ਫਿਰ ਸੱਚ ਹੀ ਹੋਣਾ ਨਾ। ਪਾਰਲੀਮੈਂਟਰੀ ਕਮੇਟੀਜ਼ ਨੂੰ ਭੰਗ ਕਰ ਦਿੱਤਾ ਜਾਂਦਾ, ਭੰਗ ਕੀ ਕਰ ਜਾਂਦਾ, ਉਹਨਾਂ ਦੀ ਮੀਟਿੰਗ ਖਤਮ ਕਰ ਦਿੱਤੀ ਜਾਂਦੀ ਹੈ ਹੋਣ ਤੋਂ ਪਹਿਲਾਂ ਹੀ, ਜਦੋਂ ਇਹ ਮਸਲੇ ਤੇ ਗੱਲ ਆਉਂਦੀ ਹੈ। ਔਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਕੈਨੇਡਾ ਦੀਆਂ, ਉਹ ਕਹਿ ਰਹੀਆਂ ਨੇ ਪਾਰਲੀਮੈਂਟਰੀ ਕਮੇਟੀ ਦੇ ਮੈਂਬਰ ਨੇ ਜਿਹੜੇ ਵੀ ਸਾਨੂੰ ਸਵਾਲ ਕਰਨ ਦਾ ਮੌਕਾ ਦੇ, ਜਿਹਨੂੰ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਤੁਸੀਂ ਨਹੀਂ ਜਾਣ ਦੇ ਰਹੇ, ਤੇ ਫਿਰ ਇਸ ਤੋਂ ਮਤਲਬ ਤਾਂ ਇਹੀ ਹੈ ਵੀ ਤੁਸੀਂ ਸੱਚਾਈ ਨਹੀਂ ਸਾਹਮਣੇ ਆਉਣ ਦੇਣਾ ਚਾਹੁੰਦੇ। ਅੱਛਾ, ਤੁਸੀਂ ਹਰਜੀਤ ਸੱਜਣ ਹੋਣਾ ਦੀ ਗੱਲ ਕੀਤੀ ਹੈ, ਕਿਉਂਕਿ ਵਿਰੋਧੀਆਂ ਵੱਲੋਂ ਲਗਾਤਾਰ ਇਹ ਗੱਲਬਾਤ ਹੋ ਰਹੀ ਹੈ ਵੀ ਸੱਜਣ ਹੋਣਾ ਨੂੰ ਜਦੋਂ 2018 ਦਾ ਪਤਾ ਸੀ ਤੇ ਇਹਨਾਂ ਨੇ ਉਸ ਗੱਲ ਨੂੰ ਦਬਾਇਆ ਤੇ ਇਹਨਾਂ ਨੂੰ ਅਖਲਾਕੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਜੀ। ਇਹਨਾਂ ਨੂੰ ਅਸਤੀਫਾ ਜਦੋਂ ਤਾਂ ਜੀ ਆਪਾਂ ਇੰਨੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਆ, ਜਦੋਂ ਇੰਨੀ ਕੰਟਰੋਵਰਸੀ ਕਿਸੇ ਮਿਨਿਸਟਰ ਜਾਂ ਐਮਪੀ ਜਾਂ ਈਵਨ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਵੀ ਘੁੰਮੇ ਨਾ, ਤੇ ਇੰਨਾ ਟਾਈਮ ਲੱਗਦਾ ਨਹੀਂ ਬਿਲਕੁਲ ਅਸਤੀਫੇ ਆਉਣ ਨੂੰ। ਆਪਣੇ ਪਿੱਛੇ ਮਿਸਾਲ ਸੀਗੀ ਜੀ ਵੀ ਚੈਰਿਟੀ ਦੇ ਮਸਲੇ ਦੇ ਵਿੱਚ ਜੀ, ਉਹਦੇ ਵਿੱਤ ਮੰਤਰੀ ਵਿਲਮੋਰ ਨੂੰ ਅਸਤੀਫਾ ਦੇਗਾ ਸੀ ਅਲਟੀਮੇਟਲੀ ਜੀ। ਬਿਲਕੁਲ, ਉਹਨਾਂ ਨੇ ਵੀ ਬਹੁਤ ਮਤਲਬ ਲੰਬਾ ਖਿੱਚਿਆ, ਔਰ ਜਦੋਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਲੱਗਿਆ ਕਿ ਕਿਸੇ ਨਾ ਕਿਸੇ ਦਾ ਉਸ ਮਸਲੇ ਤੇ ਬਲੀ ਦੇਣੀ ਪੈਣੀ ਆ, ਤੇ ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਫਿਰ ਮੰਤਰੀ ਨੂੰ ਜਾਣਾ ਹੀ ਪਿਆ। ਔਰ ਜੇ 2018 ਤੋਂ ਜਦੋਂ ਤੋਂ ਇਹ ਰਿਪੋਰਟ ਆਈ ਸੀ ਰੱਖਿਆ ਮੰਤਰੀ ਜਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ, ਉਦੋਂ ਤੋਂ ਇਹਦੇ ਤੇ ਗੌਰ ਕੀਤੀ ਜਾਂਦੀ ਤਾਂ ਫਿਰ ਅਗਲੇ ਜਿਹੜੇ ਚੀਫ ਆਫ ਸਟਾਫ ਸੀ, ਫੌਜਾਂ ਦੇ ਮੁਖੀ ਨੇ ਆਰਟ ਮੈਕਡੋਨਲਡ, ਉਹਨਾਂ ਤੇ ਉਹ ਜਾਂਚ ਨਾ ਚੱਲਦਾ, ਉਹਨਾਂ ਨੂੰ ਸ਼ਾਇਦ ਇਹ ਅਹੁਦਾ ਨਾ ਦਿੱਤਾ ਜਾਂਦਾ। ਉਹਨਾਂ ਨੂੰ ਵੀ ਅਹੁਦਾ ਦਿੱਤਾ ਗਿਆ ਤੇ ਉਹ ਵੀ ਹੁਣ ਉਹਨਾਂ ਨੂੰ ਪਾਸੇ ਹੋਣਾ ਪਿਆ, ਜਾਂਚ ਦੇ ਘੇਰੇ ਦੇ ਵਿੱਚ ਨੇ। ਔਰ ਫਿਰ ਦੇਖੋ ਕਿ ਕੈਨੇਡਾ ਦੇ ਵਿੱਚ ਹੁਣ ਵੈਕਸੀਨ ਦੀ ਲੋੜ ਹੈ, ਉਸ ਤੇ ਸੰਭਾਲਣ ਦੀ ਲੋੜ ਹੈ, ਘਰ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚ ਸਕੇ। ਉਸ ਦੇ ਵਿੱਚ ਸਾਰੇ ਚੱਲਦਿਆਂ ਜਿਹੜੀ ਡਿਊਟੀ ਲਾਈ ਸੀਗੀ ਉੱਤੇ, ਉਹ ਵੀ ਫੌਜ ਦੇ ਮੇਜਰ ਜਨਰਲ ਨੇ ਡੈਨੀ ਫੋਰਟਨ, ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ। ਔਰ ਗੱਲ ਜੇ ਇੱਥੇ ਆਪਾਂ ਕਰੀਏ ਵੀ ਬੇਸ਼ੱਕ ਇਹ ਤਿੰਨੋਂ ਮਰਦ ਜਨਰਲ ਨੇ, ਤਿੰਨੋਂ ਚੀਫ ਨੇ, ਔਰ ਇਹਨਾਂ ਦੇ ਜਿਹੜੇ ਦੋਸ਼ ਵੀ ਲੱਗੇ ਨੇ ਉਹ ਔਰਤ ਜਿਹੜੇ ਆਫੀਸਰ ਨੇ, ਲੇਡੀਜ਼ ਨੇ, ਉਹਨਾਂ ਨੇ ਲਾਏ ਨੇ ਜਾਂ ਉਹਨਾਂ ਦੇ ਕਰਕੇ ਨੇ। ਪਰ ਫੌਜਾਂ ਦੇ ਵਿੱਚ ਜਿਹੜਾ ਡਿਸਪਲਿਨ ਕਰਕੇ ਫੌਜਾਂ ਜਾਣੀਆਂ ਜਾਂਦੀਆਂ ਨੇ, ਤੁਸੀਂ ਤਾਂ ਆਪ ਥਾਂ ਤੇ ਕੈਂਪਸ ਦੇ ਵਿੱਚ ਰਹੇ ਹੋ ਇੰਡੀਆ ਦੇ ਵਿੱਚ, ਤੁਹਾਡੇ ਪਿਤਾ ਜੀ ਇਸ ਫੀਲਡ 'ਚ ਰਹੇ ਨੇ, ਮਿਲਟਰੀ 'ਚ ਰਹੇ ਨੇ, ਵੀ ਡਿਸਪਲਿਨ ਕਰਕੇ ਕਹਿੰਦੇ ਆਮ ਹੀ ਕਹਿੰਦੇ ਹੁੰਦੇ ਆ, ਇਹ ਮੇਰਾ ਜਦੋਂ ਘਰ ਦੇ ਵਿੱਚ ਬਹੁਤ ਡਿਸਪਲਿਨ ਹੋਵੇ ਉਹ ਪੁੱਛਦੇ ਹੁੰਦੇ ਵੀ ਤੁਹਾਡੇ ਜਿਹੜਾ ਕੋਈ ਮਿਲਟਰੀ ਦੇ ਵਿੱਚ ਰਹੇ ਆ ਫਾਦਰ ਜਾਂ ਕੋਈ ਦਾਦਾ। ਸੋ ਇਸ ਚੀਜ਼ ਨੂੰ ਮਤਲਬ ਇਹ ਕੁਝ ਲੋਕ ਨੇ ਜਿਹੜੇ ਜਦੋਂ ਭੰਗ ਕਰਦੇ ਨੇ ਨਾ, ਫਿਰ ਆਮ ਲੋਕਾਂ ਤੇ ਇਸ ਦਾ ਅਸਰ ਹੁੰਦਾ। ਹੁਣ ਦੇਖੋ ਪੁਲਿਸ ਦੇ ਵਿੱਚ ਵੀ ਔਰ ਕੈਨੇਡੀਅਨ ਪੁਲਿਸ ਦੇ ਵਿੱਚ ਵੀ, ਚਾਹੇ RCMP ਹੋਵੇ, ਚਾਹੇ ਲੋਕਲ ਪੁਲਿਸ ਹੋਵੇ, OPP ਹੋਵੇ, ਜਾਂ ਫਿਰ ਕੈਨੇਡੀਅਨ ਮਿਲਟਰੀ ਦੇ ਵਿੱਚ ਵੀ ਅੱਜ ਹਮੇਸ਼ਾ ਜੌਬਸ ਦੀ ਵੇਕੈਂਸੀਜ਼ ਹੁੰਦੀ ਆ, ਪਰ ਲੋਕ ਉਧਰ ਨੂੰ ਜਾਂਦੇ ਨਹੀਂ। ਹੁਣ ਸਾਡੇ ਇੱਥੇ ਵੀ ਇਹ ਧਾਰਨਾ ਬਣਨ ਲੱਗ ਗਈ ਹੈ ਕਿ ਇਹਨਾਂ ਫੀਲਡਸ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਨਾ ਜਾਣ ਤਾਂ ਠੀਕ ਹੈ, ਕਿਉਂਕਿ এনवायरमेंट ਠੀਕ ਨਾ ਵਧੀਆ ਨਹੀਂ ਹੈ।
ਅੱਛਾ, ਜਦੋਂ ਤੋਂ ਸ਼ਮਸ਼ੇਰ ਜੀ ਇਹ ਗੱਲ ਸ਼ੁਰੂ ਹੋਈ ਹੈ, ਜਦੋਂ ਤੋਂ ਇਹ ਮਸਲਾ ਪੂਰਾ ਭਖ ਗਿਆ, ਪੂਰਾ ਮੀਡੀਆ ਦੇ ਵਿੱਚ ਆ ਗਿਆ, ਉਸ ਤੋਂ ਬਾਅਦ ਜਿਹੜੀਆਂ ਕੈਨੇਡੀਅਨ ਫੋਰਸਿਸ ਦੇ ਵਿੱਚ ਔਰਤਾਂ ਦੀ ਜਿਹੜੀ ਖਾਸ ਕਰਕੇ ਜਿਹੜੇ ਹਾਈ ਰੈਂਕ ਨੇ ਉਹਨਾਂ ਦੇ ਵਿੱਚ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕੁਝ ਇਸ ਮਸਲੇ ਨੂੰ ਦੱਬਣ ਲਈ ਜਾਂ ਇਹਦੇ ਤੇ ਪਰਦਾ ਪਾਉਣ ਦੀ ਗੱਲ ਸੋਚ ਸਕਦੇ ਨੇ? ਦੇਖੋ ਜੀ, ਇਹਨੂੰ ਮੈਂ ਪੋਲੀਟੀਕਲ ਤੌਰ ਤੇ ਇਹ ਕਹੂੰਗਾ ਕਿ ਕਿਉਂਕਿ ਜਿਹੜੀ ਹੁਣ ਲਾਈ ਹੈ ਜਨਰਲ ਚੀਫ ਲਾਈ ਹੈ ਵੈਕਸੀਨ ਦੀ ਵੀ ਜਿਹੜੀ ਓਵਰਲੁੱਕ ਕਰ ਰਹੀ ਹੈ, ਸੌਰੀ ਨਾਟ ਓਵਰਲੁੱਕ, ਸਾਰਾ ਲੋਕ ਆਫਟਰ ਕਰ ਰਹੀ ਹੈ, ਹਾਂਜੀ, ਉਹ ਹੁਣ ਲੇਡੀ ਆਫੀਸਰ ਲਾਈ ਹੈ। ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ, ਇਹ ਸਿਰਫ ਪੋਲੀਟੀਕਲੀ ਆਵਾਜ਼ਾਂ ਵੀ ਘਟ ਜਾਣ ਲੱਗੇ ਕਿ ਜੀ ਹਾਂਜੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਹ ਲੇਡੀ ਆਫੀਸਰ ਨੂੰ ਤੁਸੀਂ ਲਿਆ ਕੇ ਲਾ ਦੇਣਾ ਸਿਰਫ ਇਸ ਕਰਕੇ ਕਿ ਜੀ ਹਾਂਜੀ ਇਹ ਸ਼ੋਅ ਕਰਨ ਲਈ ਜੀ ਹਾਂ ਅਸੀਂ ਬਹੁਤ ਫਿਕਰਮੰਦ ਹੈ। ਇਹ ਮੇਰਾ ਖਿਆਲ ਕੋਈ ਇਲਾਜ ਨਹੀਂ ਹੈ, ਕਿਉਂਕਿ ਲੇਡੀ ਆਫੀਸਰ ਤੁਸੀਂ ਕੁਝ ਸਾਲਾਂ ਦੀ ਗੱਲ ਹੈ, ਇੱਕ ਲੇਡੀ ਆਫੀਸਰ ਸੀ, ਉਹ ਵੀ ਸੀਨੀਅਰ ਰੈਂਕ ਦੇ ਵਿੱਚ ਸੀ, ਉਹਨੂੰ ਵੀ ਅਸਤੀਫਾ ਦੇਣਾ ਪਿਆ, ਉਹਨੂੰ ਵੀ ਕੱਢਿਆ ਗਿਆ। ਕਿਉਂ? ਕਿਉਂਕਿ ਉਹਦੇ ਤੇ ਵੀ ਸੈਕਸ਼ੂਅਲ ਮਿਸਕੰਡਕਟ ਦੇ ਦੋਸ਼ ਲੱਗੇ ਸੀ, ਔਰ ਦੋਸ਼ ਕੀ ਲੱਗੇ ਸੀ ਉਹ ਪ੍ਰੂਵ ਹੋਇਆ ਸੀ। ਉਹ ਕਹਿੰਦੀ ਵੀ ਮੈਨੂੰ ਤਾਂ ਨਾਲੋਂ ਨਾਲ ਕੱਢਤਾ, ਕਿਉਂਕਿ ਕਨਸੈਂਟ ਦੇ ਨਾਲ ਵੀ ਤੁਸੀਂ ਕਿਸੇ ਨਾਲ ਇਹ ਜਿਹੜੇ ਰਿਲੇਸ਼ਨ ਫਿਜ਼ੀਕਲ ਰਿਲੇਸ਼ਨ ਨਹੀਂ ਰੱਖ ਸਕਦੇ। ਔਰ ਉਸ ਲੇਡੀ ਆਫੀਸਰ ਨੇ ਇੱਕ ਅਮਰੀਕਨ ਸਿਵਿਲੀਅਨ ਦੇ ਨਾਲ ਫਿਜ਼ੀਕਲ ਰਿਲੇਸ਼ਨਸ ਬਣਾਏ ਸੀ, ਔਰ ਜਿਹੜੇ ਕਿ ਮਿਲਟਰੀ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਵਿਦ ਕਨਸੈਂਟ ਵੀ ਨਹੀਂ ਬਣਾ ਸਕਦੇ। ਠੀਕ ਹੈ। ਸੋ ਉਸ ਦੇ ਵਿੱਚ ਵੀ ਇੱਕ ਉਹ ਕਹਿੰਦੀ ਡਿਸਕ੍ਰਿਮੀਨੇਸ਼ਨ ਹੈ ਵੀ ਮੈਨੂੰ ਨਾਲ ਦੀ ਨਾਲ ਕੱਢ ਦਿੱਤਾ, ਤੇ ਹੁਣ ਇਹ ਜਨਰਲਸ ਨੇ ਇਹਨਾਂ ਨੂੰ ਬਚਾਉਣ ਦੇ ਲਈ ਪਤਾ ਨਹੀਂ ਕੀ ਤਾਣੇ ਬਾਣੇ ਬੁਣੇ ਜਾ ਰਹੇ ਨੇ। ਅੱਛਾ ਸ਼ਮਸ਼ੇਰ ਜੀ, ਇੱਕ ਬ੍ਰੇਕ ਦਾ ਸਮਾਂ ਹੁੰਦਾ ਜਾ ਰਿਹਾ, ਪਰ ਉਸ ਤੋਂ ਪਹਿਲਾਂ ਇਸ ਜਿਹੜੇ ਇਸ਼ੂ ਨੂੰ ਆਪਾਂ ਰੈਪ ਅਪ ਕਰੀਏ। ਜਾਂਦੇ ਜਾਂਦੇ ਆਪਾਂ ਇਹ ਮੈਂ ਗੱਲ ਪੁੱਛਣੀ ਚਾਹੁੰਦਾ ਵੀ ਕੀ ਹਰਜੀਤ ਸੱਜਣ ਹੋਣ ਦਾ ਅਖਲਾਕੀ ਤੌਰ ਤੇ ਫਰਜ਼ ਬਣਦਾ ਵੀ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਣਾ ਚਾਹੀਦਾ? ਜਿੰਨੀ ਕੰਟਰੋਵਰਸੀ ਉਹਨਾਂ ਦੇ ਦੁਆਲੇ ਘੁੰਮ ਰਹੀ ਹੈ ਜੀ, ਜਿਸ ਤਰ੍ਹਾਂ ਉਹ ਆਪਣੇ ਹਮੇਸ਼ਾ ਬਿਆਨ ਬਦਲਦੇ ਨੇ, ਪਹਿਲਾਂ ਕਹਿੰਦੇ ਮੈਨੂੰ ਪਤਾ ਨਹੀਂ ਸੀ, ਫਿਰ ਕਹਿੰਦੇ ਇੰਨਾ ਕੁ ਪਤਾ ਸੀ, ਫਿਰ ਕਹਿੰਦੇ ਸਾਰਾ ਪਤਾ ਸੀ, ਫਿਰ ਕਹਿੰਦੇ ਮੈਂ ਉਹਨੂੰ ਦੱਸਤਾ ਸੀ, ਫਿਰ ਕਹਿੰਦੇ ਮੈਂ ਪ੍ਰੀਵੀ ਕਾਉਂਸਲ ਦੇ ਵਿੱਚ ਵੀ ਲੈ ਗਿਆ ਸੀਗਾ। ਸੋ ਜਦੋਂ ਇਹ ਕੰਪੀਟੈਂਸੀ ਤੇ ਸਵਾਲ ਉੱਠਦਾ ਵੀ ਉਹ ਸ਼ਾਇਦ ਇਸ ਅਹੁਦੇ ਦੇ ਲਾਇਕ ਨਹੀਂ ਹੈ। ਸੋ ਕੈਨੇਡੀਅਨ ਮਰਿਆਦਾ ਦੇ ਹਿਸਾਬ ਦੇ ਨਾਲ, ਟ੍ਰੈਡੀਸ਼ਨ ਦੇ ਹਿਸਾਬ ਨਾਲ ਮੈਂ ਤਾਂ ਸੋਚਦਾ ਕਿ ਉਹਨਾਂ ਨੂੰ ਤਾਂ ਅਸਤੀਫਾ ਦੇਣਾ ਹੀ ਚਾਹੀਦਾ। ਔਰ ਜੇਕਰ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਜਾਂ ਉਹਨਾਂ ਦੇ ਚੀਫ ਆਫ ਸਟਾਫ ਨੂੰ, ਕਿਉਂਕਿ ਪ੍ਰਧਾਨ ਮੰਤਰੀ ਦਾ ਆਪਦਾ ਦਿਮਾਗ ਘੱਟ ਹੁੰਦਾ, ਚੀਫ ਆਫ ਸਟਾਫ ਸਾਰਾ ਕੁਝ ਸੰਭਾਲਦੀ ਹੈ, ਜੇ ਸੰਭਾਲਦਾ ਜੋ ਵੀ ਹੋਵੇ, ਉਹਨਾਂ ਨੂੰ ਵੀ ਉਲਾਂਭੇ ਕਰ ਦੇਣਾ ਚਾਹੀਦਾ। ਠੀਕ ਹੈ। ਸੋ ਇਹ ਦੋਨਾਂ ਦਾ ਜਾਣਾ ਜ਼ਰੂਰੀ ਹੈ। ਤੁਸੀਂ ਦੇਖ ਰਹੇ ਹੋ ਸਟਾਰ ਟਾਕ, ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤੇ ਦੂਸਰਾ ਜਿਹੜਾ ਇਸ਼ੂ ਆ ਤੁਹਾਡੇ ਲਈ ਉਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਸਟੂਡੀਓ ਵਿੱਚ ਮੇਰੇ ਨਾਲ ਅੱਜ ਮਹਿਮਾਨ ਹਾਜ਼ਰ ਨੇ ਸ਼ਮਸ਼ੇਰ ਗਿੱਲ, ਜਿਹੜੇ ਕਿ ਕਿੱਤੇ ਵਜੋਂ ਰੀਅਲਟਰ ਨੇ ਪਰ ਸਿਆਸੀ ਮਸਲਿਆਂ ਤੇ ਕਾਫੀ ਗਹਿਰੀ ਨਜ਼ਰ ਰੱਖਦੇ ਨੇ। ਅੱਛਾ ਸ਼ਮਸ਼ੇਰ ਜੀ, ਜਿਹੜਾ ਦੂਸਰਾ ਮੁੱਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ, ਖਾਸ ਕਰਕੇ ਉਹ ਆਪਣੇ ਆਲੇ ਦੁਆਲੇ ਦੇ ਨਾਲ, ਪੀਲ ਖੇਤਰ ਦੇ ਨਾਲ ਸੰਬੰਧਿਤ ਹੈ ਜੀ, ਪਾਰਟਿਕੂਲਰਲੀ ਬਰੈਂਪਟਨ ਦੇ ਨਾਲ ਕਾਫੀ ਸੰਬੰਧਿਤ ਹੈ ਤੇ ਕਾਫੀ ਚਰਚਾ ਦੇ ਵਿੱਚ ਹੈ। ਉਹ ਹੈ ਜੀ ਜਿਹੜੇ ਕੈਨਵਸ ਸਟੋਰ ਲਗਾਤਾਰ ਖੁੱਲ ਰਹੇ ਨੇ ਜੀ, ਭੰਗ ਦੇ ਸਟੋਰ, ਹਾਂਜੀ, ਸਿੱਧੇ ਲਫ਼ਜ਼ਾਂ ਦੇ ਵਿੱਚ ਆਪਾਂ ਕਹੀਏ ਤੇ ਭੰਗ ਦੇ ਸਟੋਰ ਖੁੱਲ ਰਹੇ ਨੇ, ਛੇਤੀ ਸਮਝ ਆ ਜਾਂਦੇ ਆ। ਹਾਂਜੀ। ਸੋ ਕਹਿ ਰਹੇ ਨੇ ਵੀ 17 ਦੇ ਕਰੀਬ ਜਿਹੜੀਆਂ ਸਟੋਰ ਜਿਹੜੇ ਖੁੱਲ ਗਏ ਨੇ ਜਾਂ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਉਹ ਪ੍ਰੋਸੈਸ ਦੇ ਵਿੱਚ ਨੇ ਖੁੱਲਣ ਦੇ, ਤਾਂ ਤਕਰੀਬਨ 22 ਹੋਰ ਜਿਹੜੀਆਂ ਖੁੱਲਣੀਆਂ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਨਿੱਜੀ ਵਿਚਾਰ ਦਿਓ ਵੀ ਕਾਫੀ ਇਹਦਾ ਮਸਲਾ ਭਖਿਆ ਹੋਇਆ ਲੋਕਾਂ ਦੇ ਵਿੱਚ, ਇਹਦੀ ਚਰਚਾ ਹੈ ਵੀ ਇੰਨੇ ਸਟੋਰ ਬਰੈਂਪਟਨ ਦੇ ਵਿੱਚ ਕਿਉਂ ਖੁੱਲ ਰਹੇ ਨੇ ਜੀ। 40 ਲਾਇਸੈਂਸ ਸ਼ਾਇਦ ਮਨਜ਼ੂਰੀ ਮਿਲ ਗਈ ਹੈ ਤੇ ਹੋਰ ਵੀ ਸ਼ਾਇਦ ਕਹਿੰਦੇ ਅਪਲਾਈ ਹੋਏ ਵੇ ਨੇ। ਦੇਖੋ ਪਹਿਲੀ ਗੱਲ ਤਾਂ ਇਹ ਹੈ ਨਾ ਜੀ, ਆਪਾਂ ਹਮੇਸ਼ਾ ਹੀ ਗੱਲ ਕਰ ਦਿੰਦੇ ਹਾਂ ਕਿਸੇ ਵੀ ਪਲੇਟਫਾਰਮ ਤੇ ਹੋਈਏ, ਹਾਂਜੀ, ਅੱਜ ਜੇ ਰੌਲਾ ਪੈ ਰਿਹਾ ਉਹਦਾ ਕੋਈ ਫਾਇਦਾ ਨਹੀਂ ਹੈਗਾ। ਜਿਵੇਂ ਕਹਿੰਦੇ ਨੇ ਸੱਪ ਨਿਕਲ ਗਿਆ, ਹੁਣ ਸੋਟੀਆਂ ਚੁੱਕਣ ਦਾ ਫਾਇਦਾ ਨਹੀਂ। ਜਦੋਂ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਵੀ ਜਦੋਂ ਚੋਣਾਂ ਦਾ ਸਮਾਂ ਹੁੰਦਾ ਨਾ, ਉਦੋਂ ਸੋਚਿਆ ਕਰੋ ਵੀ ਕਿਹੜੀ ਪਾਰਟੀ ਦੇ ਕਿਹੜੇ ਮੁੱਦੇ ਨੇ ਔਰ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ। ਔਰ ਉਦੋਂ ਤਾਂ ਅਸੀਂ ਸੋਚਦੇ ਹਾਂ, ਉਦੋਂ ਤਾਂ ਪਹਿਲੀ ਗੱਲ ਤਾਂ ਵੋਟ ਪਾਉਣ ਨੂੰ ਹੀ ਅਸੀਂ ਹਿਚਕਿਚਾਉਂਦੇ ਹਾਂ ਵੀ ਕੀ ਆਪਣੀ ਵੋਟ ਨਾਲ ਕੀ ਫਰਕ ਪੈ ਜਾਣਾ। ਔਰ ਦੂਜੀ ਗੱਲ ਆ, ਅਸੀਂ ਜ਼ਿਆਦਾਤਰ ਮਸਲੇ ਆ ਜਿਹੜੇ ਜਿੱਥੇ ਰਹਿੰਦੇ ਨਹੀਂ ਪੰਜਾਬ ਦੇ ਜਾਂ ਇੰਡੀਆ ਦੇ, ਉਧਰ ਜ਼ਿਆਦਾਤਰ ਮਸਲਿਆਂ ਦਾ ਧਿਆਨ ਦਿੰਦੇ ਆ। ਤੁਸੀਂ ਆ ਇੱਥੇ ਰੇਡੀਓ ਟੀਵੀ ਟਾਕ ਸ਼ੋਜ਼ ਦੇ ਵਿੱਚ ਦੇਖ ਲਓ, ਤੁਸੀਂ ਉੱਥੋਂ ਦੀ ਗੱਲ ਕਰ ਲਓ ਤਾਂ ਲਾਈਨ ਨਹੀਂ ਟੁੱਟਦੀ, ਔਰ ਇੱਥੇ ਕਿਤੇ ਗੱਲ ਕਰ ਲਓ ਇੱਥੇ ਦੇ ਮੁੱਦੇ ਤੇ ਗੱਲ ਕਰੋ ਤੇ ਫੇਰ ਕੋਈ ਲਾਈਨ ਆਉਂਦੀ ਨਹੀਂ। ਫਿਰ ਬੰਦਾ ਹੋਸਟ ਵੀ ਕਈ ਵਾਰ ਇਕੱਲਾ ਹੋਵੇ ਤਾਂ ਸੋਚਦਾ ਰਹਿੰਦਾ ਯਾਰ ਕੋਈ ਕਾਲ ਕਰ ਲਓ, ਮੈਂ ਤਾਂ ਮਸਲਾ ਲੈ ਕੇ ਆਇਆ ਤੇ ਹੁਣ ਮੈਂ ਇਕੱਲਾ ਕਿੰਨਾ ਕੁ ਬੋਲੀ ਜਾਵਾਂ। ਇਹ ਬੜੀ ਸ਼ਮਸ਼ੇਰ ਜੀ ਬੜੀ ਤਰਾਸਦੀ ਹੈ ਆਪਣੇ ਲੋਕਾਂ ਦੀ ਇੱਥੇ, ਵੀ ਇੱਥੇ ਦੇ ਮਸਲਿਆਂ ਬਾਰੇ ਇੰਨੀਆਂ ਵੇਸਲਾਪਾਂ ਨੇ ਵੀ ਪਤਾ ਹੀ ਨਹੀਂ ਆਲੇ ਦੁਆਲੇ ਕੀ ਹੋ ਰਿਹਾ, ਤੇ ਜਿੱਥੇ ਆਪਾਂ ਹੁਣ ਰਹਿਣਾ ਨਹੀਂ,
ਜਿੱਥੋਂ ਜਿਸ ਜਗ੍ਹਾ ਨੂੰ ਆਪਾਂ ਛੱਡ ਕੇ ਆ ਗਏ ਉੱਥੇ ਦੀ ਆਪਾਂ ਨੂੰ ਲੋੜ ਤੋਂ ਵੱਧ ਫਿਕਰ ਹੈ ਵੀ ਉੱਥੇ ਕੀ ਹੋ ਰਿਹਾ। ਕੁਝ ਮਸਲੇ ਹੈ ਨੇ ਜੀ ਉੱਥੇ ਵੀ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਆ। ਜਿਸ ਤਰ੍ਹਾਂ ਹੁਣ ਪਿਛਲੇ 6 ਮਹੀਨਿਆਂ ਤੋਂ ਕਿਸਾਨਾਂ ਦਾ ਮਸਲਾ, ਕੱਲ ਨੂੰ 26 ਤਰੀਕ ਨੂੰ ਉਹਨਾਂ ਦੇ ਪੂਰੇ ਹੋ ਜਾਣੇ ਜੀ 6 ਮਹੀਨੇ, ਔਰ ਉਸ ਕਿਉਂਕਿ ਅਸੀਂ ਵੀ ਨਾਲ ਉਹਨਾਂ ਦੇ ਰਿਲੇਟਡ ਆ, ਸਾਡੀਆਂ ਜ਼ਮੀਨਾਂ ਜਾਇਦਾਦਾਂ ਉੱਥੇ ਨੇ ਔਰ ਉੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਉਹ ਸਾਡੇ ਤੇ ਵੀ ਅਸਰ ਉਹਨਾਂ ਦਾ ਪੈਂਦਾ। ਕੁਝ ਮਸਲੇ ਹੈ ਨੇ ਜਿਹੜੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ, ਪਰ ਜ਼ਿਆਦਾਤਰ ਸਾਨੂੰ ਇੱਥੇ ਜਦੋਂ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਹਰ ਕੈਂਪੇਨ ਦੇ ਵਿੱਚ, ਉਦੋਂ ਅਸੀਂ ਨਹੀਂ ਆਵਾਜ਼ ਉਠਾਈ। ਉਦੋਂ ਕੁਝ ਕੁ ਲੋਕ ਸੀਗੇ ਜਿਹੜੇ ਕਹਿੰਦੇ ਸੀ ਨਹੀਂ ਹੋਣਾ ਚਾਹੀਦਾ, ਪਰ ਫਿਰ ਜਦੋਂ ਕਹਿੰਦੇ ਵੀ ਵੋਟ ਪਾਉਣੀ ਆ ਤੇ ਵੋਟ ਫਿਰ ਉੱਥੇ ਹੀ ਜਾਣੀ ਆ ਜਿੱਥੇ ਨਹੀਂ ਜਾਣੀ ਚਾਹੀਦੀ। ਫਿਰ ਮੇਰਾ ਖਿਆਲ ਵੀ ਅੱਜ ਹੁਣ ਉਹ ਲੀਗਲ ਹੋ ਗਿਆ, ਕਾਨੂੰਨੀ ਮਾਨਤਾ ਮਿਲ ਗਈ, ਸਟੋਰ ਵੀ ਖੁੱਲਣਗੇ। ਕਾਨੂੰਨ ਇਹ ਤਾਂ ਹੈ ਨਹੀਂਗਾ ਵੀ ਕਾਨੂੰਨ ਬਣਾ ਦਿੱਤਾ ਤੇ ਉਹ ਕਿਤਾਬਾਂ 'ਚ ਹੀ ਪਿਆ ਰਹਿਣਾ। ਉਹਨੂੰ ਹੁਣ ਕਾਨੂੰਨੀ ਤੌਰ ਤੇ ਉਹਨਾਂ ਦੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਤੋਂ ਪੈਸਾ ਦੇਖਣਾ ਕਿੱਥੋਂ ਆਉਂਦਾ, ਉਹਨਾਂ ਤੋਂ ਸਟੋਰ ਜਿੱਥੇ ਜ਼ਿਆਦਾ ਖਪਤ ਹੋਊਗੀ ਉੱਥੇ ਉਹਨੇ ਵੱਧ ਸਟੋਰ ਖੋਲਣਗੇ। ਔਰ ਦੂਜੀ ਗੱਲ ਹੈਗੀ ਹੈ ਕਿ ਜਿੱਥੋਂ ਤੱਕ ਕੁਝ ਥਾਵਾਂ ਤੇ ਇਹ ਵੀ ਹੈ, ਕੁਝ ਨੇਬਰਹੁਡਸ ਦੇ ਵਿੱਚ ਰੌਲਾ ਪਿਆ ਵੀ ਆ, ਉੱਥੇ ਸਟੋਰ ਖੁੱਲ੍ਹਣ ਨਹੀਂ ਦਿੱਤੇ ਜਾ, ਪਰ ਇਹ ਮੇਰਾ ਖਿਆਲ ਹੈ ਕਿ ਜ਼ਿਆਦਾ ਚੱਲਣਾ ਨਹੀਂ ਹੈਗਾ, ਕਿਉਂਕਿ ਜਦੋਂ ਸਰਕਾਰਾਂ ਠਾਣ ਲੈਣ ਤੇ ਉਦੋਂ ਫਿਰ ਇਹ ਖੁੱਲ੍ਹ ਕੇ ਰਹਿਣਗੇ। ਜੇ ਹੁਣ 40 ਦੇ ਲਾਇਸੈਂਸ ਬਣੇ ਨੇ ਤੇ 40 ਖੁੱਲ੍ਹਣੇ ਹੀ ਨੇ, ਕਿਤੇ ਨਾ ਇੱਥੇ ਨਹੀਂ ਤਾਂ ਕਿਤੇ ਹੋਰ ਖੁੱਲ੍ਹ ਜਾਣਗੇ। ਹਾਂ, ਕਾਨੂੰਨੀ ਤੌਰ ਤੇ ਇਹਦਾ ਜ਼ਰੂਰ ਹੈ ਕਿ ਜੇ ਹੁਣ ਮੇਰਾ ਖਿਆਲ ਹੈ ਸਿਟੀ ਦੇ ਵਿੱਚ ਜਾਂਦੇ ਨੇ ਲੋਕ ਤਾਂ ਉਹ ਕਹਿ ਦਿੰਦੇ ਨੇ ਜੀ ਤੁਸੀਂ MPPs ਨਾਲ ਗੱਲ ਕਰੋ ਜਾਂ ਸੂਬਾ ਸਰਕਾਰ ਨਾਲ ਗੱਲ ਕਰੋ। ਹਾਂਜੀ, ਔਰ ਸੂਬਾ ਸਰਕਾਰ ਕੋਲੇ ਜਾਓ, ਮੇਰਾ ਖਿਆਲ ਉਹਨਾਂ ਕੋਲੇ ਵੀ ਸਿੱਧਾ ਹੀ ਜਵਾਬ ਹੋਣਾ ਜੀ ਇਹ ਤਾਂ ਲਿਬਰਲ ਸਰਕਾਰ ਆ ਜਿਹੜੀ ਫੈਡਰਲ ਦੀ, ਉਹਨੇ ਮਨਜ਼ੂਰ ਕੀਤਾ ਤੇ ਹੁਣ ਬਿਜ਼ਨਸ ਤਾਂ ਹੋਣਾ ਹੀ ਆ, ਸ਼ਰਾਬ ਦਾ ਹੋ ਰਿਹਾ। ਹੁਣ ਫਿਰ ਰਲਾ ਕੇ ਦੱਸ ਰਹੇ ਨੇ ਜੋ ਸ਼ਰਾਬ ਵਿਕ ਰਹੀ ਹੈ ਤੇ ਫਿਰ ਭੰਗ ਵਿਕ ਲੂਗੀ ਤਾਂ ਕੀ ਆ। ਅੱਛਾ, ਹਾਂ, ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਗੱਲ ਇਹ ਸਾਂਝੀ ਕਰਨਾ ਚਾਹੁੰਦਾ, ਤੁਹਾਡੇ ਵੀ ਵਿਚਾਰ ਲੈਣਾ ਚਾਹੁੰਦਾ, ਕਿਉਂਕਿ ਹੁਣ ਸ਼ਰਾਬ ਦੇ ਠੇਕੇ ਆਮ ਹੀ ਹੁੰਦੇ ਤੇ ਆਪਣੇ ਕਾਫੀ ਲੋਕ ਪੀਂਦੇ ਵੀ ਆ ਸ਼ਰਾਬ, ਤੇ ਹੁਣ ਜਿਹੜੇ ਭੰਗ ਦੇ ਸਟੋਰ ਖੋਲ ਰਹੇ ਨੇ ਇਹਨੂੰ ਇੰਨਾ ਵਿਵਾਦਤ ਕਿਉਂ ਬਣਾਇਆ, ਇਹਦੇ ਤੇ ਕਿਉਂ ਇੰਨਾ ਜਿਹੜਾ ਵਿਵਾਦ ਛੜਿਆ ਹੈ? ਅਸੀਂ ਜੀ ਹਮੇਸ਼ਾ ਵਿਵਾਦ ਉਦੋਂ ਹੀ ਛਿੜਦਾ ਹੁੰਦਾ, ਥੋੜਾ ਜਿਹਾ ਟਾਈਮ ਛਿੜਦਾ ਹੁੰਦਾ, ਮੁੜ ਕੇ ਸਭ ਠੰਡਾ ਹੋ ਜਾਂਦਾ, ਸਭ ਭੁੱਲ ਜਾਂਦੇ ਆ, ਕਿਉਂਕਿ ਹੁਣ ਦੁਨੀਆ ਭਰ ਦੇ ਵਿੱਚ ਇਹੀ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਪਤਾ ਵੀ ਇੱਕ ਮਸਲਾ ਅਗਲਾ ਖੜਾ ਕਰ ਦਿਓ ਪੁਰਾਣਾ ਭੁਲਾਉਣ ਲਈ। ਸੋ ਅਸੀਂ ਇਹੀ ਕਰਦੇ, ਹਮੇਸ਼ਾ ਹੀ ਕਰਦੇ ਆ ਵੀ ਸਾਡੇ ਅੱਗੇ ਜਦੋਂ ਬਹੁਤ ਕੋਈ ਮਸਲਾ ਭਖ ਜਾਂਦਾ ਉਹਨਾਂ ਨੂੰ ਲੱਗਦਾ ਕਿ ਹੁਣ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਜਾਂ ਕਿਵੇਂ ਠੱਲਿਆ ਜਾਵੇ, ਉਹ ਫਿਰ ਇੱਕ ਹੋਰ ਮਸਲਾ ਲੈ ਕੇ ਖੜਾ ਕਰ ਦਿੰਦੇ। ਹੁਣ ਜੇ ਸਰਕਾਰਾਂ ਨੇ ਸਰਕਾਰਾਂ ਇੱਥੇ ਜਿਹੜੀਆਂ ਹੁੰਦੀਆਂ ਫਿਕਰਮੰਦ, ਜਿਵੇਂ ਅੱਜ ਫਿਕਰ ਜਤਾ ਰਹੀਆਂ ਨੇ ਵੀ ਬਹੁਤ ਸਾਰੇ ਸਟੋਰ ਹੋ ਗਏ, ਤਾਂ ਫਿਰ ਪਹਿਲਾਂ ਤੋਂ ਕਹਿੰਦੇ ਵੀ ਜਿੱਥੇ ਜਿੱਥੇ LCBO ਸਟੋਰ ਹੈਗੇ ਉੱਥੇ ਇਹਨਾਂ ਦਾ ਇੱਕ ਲਾ ਦਿਓ। ਇਹਨਾਂ ਕਿਹੜਾ ਕੋਈ ਰੈਕ ਜੇ ਲੱਗਦਾ ਹੋਣਾ ਮੇਰਾ ਖਿਆਲ ਨਹੀਂ, ਕਹਿੰਦੇ ਕਾਫੀ ਰੈਗੂਲੇਟਡ ਆ ਇਹ ਪੂਰਾ, ਕਿਉਂਕਿ ਉਹ ਤਾਂ ਫਿਰ ਬਰਫੀ ਕਈ ਤਰ੍ਹਾਂ ਦੀ ਬਣਦੀ ਨਾ। ਅੱਛਾ, ਇਹਦੇ ਵਿੱਚ ਹੁਣ ਪਿੱਛੇ ਜੇ ਵੀ ਗੱਲ ਆਈ ਹੈ ਵੀ ਜੋ ਕਿ ਕਾਫੀ ਜਿਹੜਾ ਮਸਲਾ ਭਖ ਗਿਆ ਤੇ ਸਿਟੀ ਕੌਂਸਲ ਤੱਕ ਵੀ ਗੱਲ ਪਹੁੰਚੀ, ਤੇ ਜਿਹੜੇ ਮੇਅਰ ਨੇ ਪੈਟਰਿਕ ਬਰਾਊਨ, ਉਹਨਾਂ ਨੇ ਕਿਹਾ ਜੀ ਅਸੀਂ ਕੌਂਸਲ ਦੇ ਵਿੱਚ ਇਹ ਮਸਲਾ ਚੱਕਿਆ ਸੀਗਾ ਵੀ ਜਿਹੜੀ ਇਹਦੀ ਸਟੋਰਸ ਦੀ ਲਿਮਿਟ ਕੀਤੀ ਜਾਵੇ, ਪਰ ਇਹ ਕੌਂਸਲ ਦੇ ਵਿੱਚ ਪਾਸ ਨਹੀਂ ਹੋਇਆ। ਬਹੁਤੇ ਜਿਹੜੇ ਇਹਦੇ ਹੱਕ 'ਚ ਸੀਗੇ ਵੀ ਜੇ ਹੁਣ ਖੁੱਲ੍ਹ ਰਹੇ ਨੇ ਤਾਂ ਖੁੱਲ੍ਹਣ ਦਿਓ, ਤੇ ਕੁਝ ਜਿਹੜੇ ਲੋਕਲ ਕਾਉਂਸਲਰ ਉਹਨਾਂ ਨੇ ਇਹ ਵੀ ਕਿਹਾ ਵੀ ਖੁੱਲ੍ਹਣ ਦਿਓ ਜੀ, ਜੇ ਖਪਤ ਹੋਊਗੀ ਤਾਂ ਚੱਲਣਗੇ, ਜੇ ਖਪਤ ਨਹੀਂ ਹੋਊਗੀ ਤਾਂ ਆਪੇ ਬੰਦ ਹੋ ਜਾਣਗੇ। ਦੇਖੋ ਜੀ, ਇਹ ਸਾਨੂੰ ਕਹਿਣ ਦੀਆਂ ਗੱਲਾਂ ਨੇ, ਇਹ ਜੋ ਪਿੱਛੋਂ ਜਦੋਂ ਸਾਰਾ ਕੁਝ ਤਾਣਾ ਬਣਾ ਬੁਣ ਕੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਅੱਗੇ ਰਿਐਕਸ਼ਨ ਵੀ ਹੋਣਾ ਨਾ, ਉਦੋਂ ਕਿਹੋ ਜਿਹਾ ਹੋਣਾ, ਤੇ ਉਹ ਸਾਰੀ ਤਿਆਰੀ ਕਰਕੇ ਸਰਵੇ ਕਰਵਾ ਕੇ ਸਾਰਾ ਕੁਝ ਹੁੰਦਾ ਹੈ ਖੋਲਣ ਤੋਂ ਪਹਿਲਾਂ। ਸੋ ਹੁਣ ਕੌਣ ਕੀ ਕਹਿੰਦਾ ਇਹਦਾ ਕੋਈ ਮਾਇਨੇ ਨਹੀਂ ਹੈਗੇ, ਇਹ ਖੁੱਲਣੇ ਆ ਤੇ ਖੁੱਲਣੇ ਆ, ਸਿੱਧੀ ਗੱਲ ਆ। ਔਰ ਸਮਝਣ ਵਾਲੀ ਸਾਨੂੰ ਇਹ ਸਮਝਣਾ ਚਾਹੀਦਾ, ਜੇ ਬੱਚਿਆਂ ਨੂੰ, ਸਾਨੂੰ ਬੱਚਿਆਂ ਦਾ ਡਰ ਹੈ ਕਿ ਜੀ ਇਹ ਬਹੁਤੇ ਸਟੋਰ ਖੁੱਲ ਗਏ ਤਾਂ ਇਹ ਆਮ ਹੋ ਜੂ ਤੇ ਸ਼ਾਇਦ ਸਾਡੇ ਬੱਚੇ ਵੀ ਇੱਧਰ ਨੂੰ ਨਾ ਤੁਰ ਪੈਣ। ਉਹਦੇ 'ਚ ਹੁਣ ਸਾਡੀ ਜ਼ਿੰਮੇਵਾਰੀ ਪਹਿਲਾਂ ਵੀ ਸੀ ਤੇ ਹੁਣ ਵੀ ਉਨੀ ਹੈ ਕਿ ਬੱਚਿਆਂ ਨੂੰ ਆਪਣਿਆਂ ਨੂੰ ਰੋਕਣਾ ਕਿਵੇਂ। ਹੁਣ ਇਹਦੀਆਂ ਤੁਸੀਂ ਉਹਨਾਂ ਨੂੰ ਦੱਸੋ ਵੀ ਇਹਦੀਆਂ ਸ਼ਾਰਟ ਟਰਮ ਜਿਹੜੀਆਂ ਕੀ ਇਹਦੇ ਅਸਰ ਨੇ, ਲੌਂਗ ਟਰਮ ਕੀ ਨੇ। ਸਾਨੂੰ ਪਤਾ ਹੈ ਕਿ ਜਦੋਂ ਬੰਦੇ ਨੇ ਭੰਗ ਪੀ ਲਈ ਹੈ ਉਹਦਾ ਦਿਮਾਗ ਤਾਂ ਕੰਮ ਨਹੀਂ ਕਰਨਾ, ਉਹਦੇ ਫਿਰ ਸ਼ਾਰਟ ਟਰਮ ਉਹਦਾ ਦਿਮਾਗ ਕਨਫਿਊਜ਼ ਰਹੂਗਾ, ਥਕਾਵਟ ਰਹਿਣੀ ਹੈ, ਫਿਰ ਜੱਜ ਕਰਨ ਦੀ ਐਬਿਲਿਟੀ ਨਹੀਂ ਹੋਣੀ। ਕਈ ਵਾਰ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜਲਦੀ ਕੋਈ ਫੈਸਲਾ ਲੈਣਾ ਪੈਂਦਾ ਕਿ ਰਿਐਕਟ ਕਰਨਾ ਪੈਂਦਾ, ਉਹ ਕਰਨ ਦੀ ਯੋਗਤਾ ਨਹੀਂ ਰਹਿੰਦੀ, ਔਰ ਮੂਡ ਚੇਂਜ ਹੁੰਦਾ ਰਹਿੰਦਾ। ਇਹ ਸ਼ਾਰਟ ਟਰਮ ਨੇ, ਜਦੋਂ ਬੰਦਾ ਉਸ ਦੇ ਇਨਫਲੂਐਂਸ ਦੇ ਵਿੱਚ ਹੁੰਦਾ ਜਾਂ ਜਦੋਂ ਨਸ਼ਾ ਉਤਰਦਾ ਹੋਣਾ ਕਿਤੇ ਹੋਰ 2-4-5 ਘੰਟਿਆਂ ਬਾਅਦ। ਫਿਰ ਲੌਂਗ ਟਰਮ ਵੀ ਆਪਾਂ ਦੇਖਿਆ ਕਿ ਹੁਣ ਸਮੋਕ ਹਰ ਥਾਂ ਤੇ, ਸਿਗਰਟ ਹਰ ਥਾਂ ਤੇ ਮਿਲਦੀ ਹੈ, ਔਰ ਇਹ 40 ਸਟੋਰ ਨੇ, ਉਹ ਹਜ਼ਾਰਾਂ ਸਟੋਰ ਹੋਣਗੇ, ਹਰ ਥਾਂ 'ਚ ਪਈ ਹੈ। ਔਰ ਉਹਦੇ 'ਚ ਵੀ ਆਪਾਂ ਦੇਖਦੇ ਹਾਂ ਜਿਹੜੇ ਲੰਬੇ ਸਮੇਂ ਤੋਂ ਇੰਡੀਆ ਦੇ ਵਿੱਚ ਵੀ ਦੇਖਦੇ ਸੀ, ਜਿਹੜੇ ਸਿਗਰਟ ਬੀੜੀਆਂ ਪੀਂਦੇ ਹੁੰਦੇ ਸੀ, ਆਪਾਂ ਨੂੰ ਗਲੇ ਦੇ ਵਿੱਚ ਉਹਨਾਂ ਦੀ ਆਵਾਜ਼ ਆ ਜਿਹੜੀ ਲੱਗਦਾ ਹੁੰਦਾ ਸੀ ਵੀ ਸਮੋਕ ਕਰਦਾ, ਕਿ ਬਲਗਮ ਟਾਈਪ ਨਾਲ ਉਹਨੂੰ ਮਿਊਕਸ ਕਹਿੰਦੇ ਆ, ਉਹ ਇਹਦੇ ਨਾਲ ਭੰਗ ਨਾਲ ਵੀ ਬਣਦੀ ਆ ਲੰਬੇ ਸਮੇਂ ਦੇ ਵਿੱਚ। ਔਰ ਜਿਹੜੀ ਤੁਹਾਡੀ ਲੰਗ ਹੈ, ਲੰਗ ਇਨਫੈਕਸ਼ਨ ਹੁੰਦੀ ਹੈ ਇਹਦੇ ਨਾਲ ਜਿਹੜੀ ਆ। ਔਰ
ਲੰਬੇ ਸਮੇਂ ਬਾਅਦ ਤੁਹਾਨੂੰ ਪੱਕੀ ਇੱਕ ਖੰਘ ਵੀ ਛਿੜਨ ਲੱਗ ਜਾਂਦੀ ਹੈ। ਸੋ ਇਹ ਕੁਝ ਜਿਹੜੇ ਇਹ ਗਵਰਨਮੈਂਟਸ ਨੇ ਜਿਨ੍ਹਾਂ ਨੇ ਲੀਗਲਾਈਜ਼ ਕੀਤਾ ਇਹਨੂੰ, ਉਹਨਾਂ ਦੀਆਂ ਵੈਬਸਾਈਟਸ ਤੇ ਇਫੈਕਟ ਪਾਏ ਹੋਏ ਨੇ ਇਹਦੇ ਨੁਕਸਾਨ ਵੀ ਨੇ, ਨੁਕਸਾਨ ਨੇ ਇਹਦੇ। ਸੋ ਸਾਨੂੰ ਆਪਣਾ ਘਰ ਸੰਭਾਲਣਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਕਿ ਇਹ ਇੱਕ ਮਸਲਾ ਹੈ, ਅੱਗੇ ਹੋਰ ਵੀ ਆਉਣੇ। ਹੁਣ ਤਾਂ ਦੁਨੀਆ ਚੱਲ ਹੀ ਇੱਧਰ ਨੂੰ ਪਈ ਹੈ ਤੇ ਉਧਰ ਨੂੰ ਸਾਡਾ ਧਿਆਨ ਹੋਣਾ ਚਾਹੀਦਾ। ਹੁਣ ਜੇ ਭੰਗ ਦੇ ਤਾਂ ਹੋ ਹੀ ਗਏ ਆ, ਔਰ ਦੂਜੇ ਪਾਸੇ ਹੁਣੇ ਹਲੇ ਫੈਡਰਲ ਗਵਰਨਮੈਂਟ 4 ਪਾਰਟੀਆਂ ਰਲ ਕੇ ਕਰ ਰਹੀਆਂ ਨੇ, ਤੁਹਾਡਾ ਸੋਸ਼ਲ ਮੀਡੀਆ ਆਪਾਂ ਯੂਜ਼ ਕਰਦੇ ਆ, ਖੁੱਲੇ ਵਿਚਾਰ ਦਿੰਨੇ ਆ, ਉਹਨੂੰ ਆਪਣੇ ਕੰਟਰੋਲ 'ਚ ਕਰ ਰਹੇ ਆ। ਹੁਣ ਕਿਸੇ ਦਾ ਧਿਆਨ ਨਹੀਂ ਹੈ। ਦੱਸੋ ਕਿੰਨਿਆਂ ਦਾ ਧਿਆਨ ਆ ਵੀ ਬਿੱਲ C10 C10 ਕੀ ਹੈ? ਉਹਦੇ 'ਚ ਇਹ ਆ ਵੀ ਸਰਕਾਰ ਇੱਕ ਤਰ੍ਹਾਂ ਨਾਲ ਆਪਣੇ ਹੱਥ ਦੇ ਵਿੱਚ ਤੁਹਾਡੀ ਆਵਾਜ਼ ਲੈਣ ਲੱਗੀ ਆ, ਕੈਨੇਡਾ ਦੇ ਨੂੰ ਰੈਗੂਲੇਟ ਕਰਨ ਲੱਗੀ ਆ ਵੀ ਹਾਂਜੀ ਤੁਸੀਂ ਕਿਸੇ ਦੇ ਵਿਰੁੱਧ ਕੁਝ ਨਾ ਲਿਖ ਸਕੋ। ਉਹਦਾ ਭਾਵ ਕਿਸੇ ਦੇ ਵਿਰੁੱਧ ਕਹਿ ਰਹੇ ਕੈਨੇਡੀਅਨ ਦੀ ਪ੍ਰੋਟੈਕਸ਼ਨ, ਪਰ ਐਕਚੁਅਲ ਦੇ ਵਿੱਚ ਉਹ ਸਰਕਾਰ ਦੀ ਆਪਣੀ ਪ੍ਰੋਟੈਕਸ਼ਨ ਆ ਵੀ ਕੱਲ ਨੂੰ ਅਸੀਂ ਕੁਝ ਵੀ ਕਹੀਏ, ਸਾਡੀ ਜਿਹੜੀ ਗੱਲਬਾਤ ਹੈ, ਸਾਡਾ ਜਿਹੜੇ ਅਗੇਂਸਟ ਕੁਝ ਵੀ ਲੋਕ ਆ ਜਿਹੜੇ ਉਹ ਬੋਲ ਨਾ ਸਕਣ ਕਿਤੇ ਵੀ, ਕਿਉਂਕਿ ਅਖਬਾਰਾਂ ਦੇ ਵਿੱਚ ਲਿਮਿਟਡ ਹੈ, ਟੀਵੀ ਤੇ ਰੇਡੀਓ ਤੇ ਪਹਿਲਾਂ ਹੀ ਸੀਗਾ, ਸੋਸ਼ਲ ਮੀਡੀਆ ਤੇ ਅਜੇ ਤੇ ਤੁਸੀਂ ਬੋਲ ਸਕਦੇ। ਔਰ ਸਾਡਾ ਉਧਰ ਧਿਆਨ ਹੈਗਾ। ਜਦੋਂ ਉਹ ਹੋ ਗਿਆ ਫਿਰ ਉਧਰ ਰੌਲਾ ਪਾਉਣ ਲੱਗ ਜਾਣਗੇ ਜਦੋਂ ਕਾਨੂੰਨ ਬਣ ਗਿਆ। ਹੁਣ NDP ਵੀ, ਬਲਾਕ ਬੈਕੂਆ ਵੀ, ਗ੍ਰੀਨ ਪਾਰਟੀ, ਲਿਬਰਲ ਪਾਰਟੀ ਸਾਰੀਆਂ ਰਲ ਕੇ ਇੱਕ ਪਾਸੇ ਨੇ ਤੇ ਵਿਰੋਧੀ ਪਾਰਟੀ ਇੱਕ ਪਾਸੇ ਆ। ਸੋ ਇਹ ਮਸਲੇ ਸਾਨੂੰ ਉਦੋਂ ਵਿਚਾਰਨੇ ਚਾਹੀਦੇ ਨੇ ਜਦੋਂ ਬਣਦੇ ਆ। ਕੰਜ਼ਰਵੇਟਿਵ ਦਾ ਵਿਰੋਧ ਕਰ ਰਹੀ ਹੈ ਵੀ ਇਹ ਨਹੀਂ, ਕੰਜ਼ਰਵੇਟਿਵ ਦਾ ਵਿਰੋਧ ਕਰ ਰਹੀ ਹੈ ਬਿਲਕੁਲ। ਇਹ ਬੇਸ਼ੱਕ ਉਹਨਾਂ ਦੇ ਤੱਥ ਆਪਣੇ ਹੋਣਗੇ ਸਰਕਾਰਾਂ ਦੇ, ਪਰ ਜਦੋਂ ਇੱਕ ਸ਼ੁਰੂਆਤ ਹੋ ਗਈ ਹੈ ਨਾ ਆਵਾਜ਼ ਤੁਹਾਡੀ ਬੰਦ ਕਰਨ ਦੀ, ਫਿਰ ਇਹ ਹੋਰ ਜਿਹੜੀਆਂ ਪਾਬੰਦੀਆਂ ਨੇ ਵਧਣਗੀਆਂ। ਸੋ ਕਹਿਣ ਦਾ ਮਤਲਬ ਹੈ ਵੀ ਜਦੋਂ ਭੰਗ ਨੂੰ ਲੀਗਲਾਈਜ਼ ਕਰਨਾ ਸੀ ਉਦੋਂ ਅਸੀਂ ਬੋਲੇ ਨਹੀਂ। ਹੁਣ ਅੱਜ ਫਿਰ ਦੂਜਾ ਮਸਲਾ ਆ ਗਿਆ ਵੀ ਤੁਹਾਡੀ ਆਵਾਜ਼ ਬੰਦ ਕਰਨੀ, ਅੱਜ ਅਸੀਂ ਫੇਰ ਨਹੀਂ ਬੋਲ ਰਹੇ ਤੇ ਉਹ ਗੱਲ ਉਹੀ ਹੋਣੀ ਹੈ ਜਿਹੜੀ ਅੱਜ ਭੰਗ ਵਾਲਿਆਂ ਨੇ ਹੋਣੀ ਹੈ। ਜਦੋਂ ਇਹ ਕਾਨੂੰਨ ਬਣ ਗਿਆ ਉਦੋਂ ਬਾਅਦ ਫਿਰ ਅਸੀਂ ਫੇਰ ਸੋਟੀਆਂ ਚੱਕਣੀਆਂ, ਜਦੋਂ ਸਭ ਪਤਾ ਵੀ ਨਹੀਂ ਕਿਹੜੀ ਝਾੜੀ 'ਚ ਵੜ ਜਾਣਾ। ਬਿਲਕੁਲ। ਸੋ ਗੱਲ ਇਹੀ ਹੈ ਵੀ ਮੁੱਖ ਗੱਲ ਇੱਥੇ ਹੈ ਵੀ ਜਿਹੜੇ ਆਮ ਜਿਹੜੇ ਲੋਕਾਂ ਨੂੰ ਇਹਨਾਂ ਇਸ਼ੂਜ਼ ਬਾਰੇ ਜ਼ਿਆਦਾ ਜਾਗਰੂਕ ਹੋਣਾ ਚਾਹੀਦਾ। ਜਦੋਂ ਕਾਨੂੰਨ ਬਣ ਜਾਵੇ ਉਸ ਤੋਂ ਬਾਅਦ ਰੌਲਾ ਪਾਉਣ ਤੋਂ ਪਹਿਲਾਂ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਉਦੋਂ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਜਿਹੜੀਆਂ ਸੰਬੰਧਿਤ ਅਥਾਰਟੀਜ਼ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਚਾਹੀਦੀ ਹੈ। ਸਾਰਾ ਦਿਨ ਅਸੀਂ ਜੀ ਜਿਹੜੇ NDTV ਲਾ ਲਿਆ ਜਾਂ ਅੱਜ ਤੱਕ ਦੇਖ ਲਿਆ ਜਾਂ ਜੋ ਵੀ ਜਿੰਨੇ ਵੀ ਹੈਗੇ ਚੈਨਲ ਇੰਡੀਆ ਵਾਲੇ ਉਹ ਦੇਖੀ ਜਾਂਦੇ ਨੇ, ਕਦੇ ਨਾ ਕਦੇ ਅੱਧਾ ਘੰਟਾ ਹੀ ਦਿਨ ਦੇ ਵਿੱਚ ਬੱਚਿਆਂ ਨੂੰ ਬੈਠ ਕੇ, ਜਾਂ ਜੇ ਤੁਹਾਨੂੰ ਨਹੀਂ ਸਮਝ ਆਉਂਦੀ, ਹੁਣ ਤਾਂ ਪੰਜਾਬੀ ਦੇ ਚੈਨਲ ਵੀ ਬਹੁਤ ਸਾਰੇ ਇੱਥੋਂ ਦੀਆਂ ਨਿਊਜ਼ ਕਵਰ ਕਰਦੇ ਆ ਔਰ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ, ਭਾਵੇਂ ਸੁਣੋ ਭਾਵੇਂ ਨਾ ਸੁਣੋ, ਦੇਖੋ ਚਾਹੇ ਨਾ ਦੇਖੋ। ਔਰ ਕਿਸੇ ਇੱਕ ਦੇ ਕੰਨ 'ਚ ਪੈ ਗਈ ਤੇ ਸਮਝ ਲਓ ਵੀ ਅਸੀਂ ਜਿਹੜਾ ਆਪਣਾ ਕੋਸ਼ਿਸ਼ ਹੈ ਉਹਦੇ ਦੇ ਵਿੱਚ ਥੋੜੇ ਬਹੁਤੇ ਕਾਮਯਾਬ ਹੋ ਰਹੇ ਆ। ਸੋ ਜ਼ਰੂਰ ਇੱਥੋਂ ਦੇ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ। ਇਹ ਤਾਂ ਮੇਰੀ ਤਾਂ ਸਲਾਹ ਆ। ਬਿਲਕੁਲ ਜੀ। ਸ਼ਮਸ਼ੇਰ ਜੀ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਬੁਲਾਉਣ ਲਈ ਧੰਨਵਾਦ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਫਿਰ ਤੁਹਾਡੇ ਲਈ ਕੁਝ ਨਵੇਂ ਇਸ਼ੂਜ਼ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਆਪਣੇ ਵਿਚਾਰ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਸਕਦੇ ਹੋ, ਈਮੇਲ ਜ਼ਰੀਏ ਤੇ ਫੋਨ ਦੇ ਜ਼ਰੀਏ ਵੀ। ਅਗਲੇ ਹਫਤੇ ਫਿਰ ਮਿਲਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।